पोस्टो का मॉडल अपने आप पढ़ लिया होना है, मैं उम्मीद रखदा। ਅੱਜ ਤੁਹਾਡਾ ਜਿਹੜਾ ਮਾਡਲ ਆ ਮੋਸਟ ਇੰਪੋਰਟੈਂਟ ਮਾਡਲ ਆ, ਇਹ ਤੁਸੀਂ BA ਦੇ ਵਿੱਚ ਵੀ ਆਉਂਦਾ ਤੇ ਕਈ ਵਾਰੀ ਆ, ਪਰ ਆਪਾਂ ਪੜ੍ਹਦੇ ਕਦੀ ਨਹੀਂ ਚੰਗੀ ਤਰ੍ਹਾਂ ਇਹ ਵਾਲਾ ਮਾਡਲ ਹੈਗਾ ਜੋ ਹੈਗਾ ਆ ਹੈਰੋਡੋਮਰ ਮਾਡਲ। ਹੈਰੋਡੋਮਰ ਮਾਡਲ ਕੀ ਚੀਜ਼ ਹੈ? ਇਹ ਮਾਡਲ ਨੂੰ ਜੇ ਤੁਸੀਂ ਪੜ੍ਹਨਾ ਹੋਵੇ ਤੇ ਇਹ ਮਾਡਲ ਦੇ ਵਿੱਚ ਨਾ ਦੋ ਅਲੱਗ-ਅਲੱਗ ਤਰ੍ਹਾਂ ਦੇ ਇਕੋਨੋਮਿਸਟ ਆ, ਇੱਕ ਹੈਗਾ ਹੈਰੋਡ ਤੇ ਇੱਕ ਹੈਗਾ ਡੋਮਰ। ਹੈਰੋਡ ਦਾ ਪੂਰਾ ਨਾਮ RF ਹੈਰੋਡ ਆ ਤੇ ਡੋਮਰ ਦਾ ਪੂਰਾ ਨਾਮ ED ਡੋਮਰ। ਅੱਛਾ, ਇਹ ਕਹਿੰਦੇ ਕੀ ਆ ਮਾਡਲ? ਸਭ ਤੋਂ ਪਹਿਲਾਂ ਜਿਹੜਾ ਹੈਰੋਡ ਤੇ ਡੋਮਰ ਮਾਡਲ ਆ, ਐਕਚੁਅਲੀ ਇਹ ਚੀਜ਼ ਕੀ ਹੈ, ਇਹਨਾਂ ਦੀ ਬੈਕਗਰਾਉਂਡ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ। ਹੈਰੋਡ, ਮੈਂ ਫਿਰ ਅੱਗੇ ਕਹਿੰਦਾ ਪਿਆ, ਹੈਰੋਡ ਦਾ ਪੂਰਾ ਨਾਮ ਹੈਗਾ RF ਹੈਰੋਡ ਤੇ ਡੋਮਰ ਦਾ ਪੂਰਾ ਨਾਮ ਹੈਗਾ ED ਡੋਮਰ। ਦੋਨਾਂ ਨੇ ਅਲੱਗ-ਅਲੱਗ ਕੰਮ ਕੀਤਾ, ਪਰ ਇਹਨਾਂ ਦੇ ਜਿਹੜੀ ਵਰਕਿੰਗ ਆ ਕਿਤੇ ਨਾ ਕਿਤੇ ਜਾ ਕੇ ਕਨਕਲੂਜਨ ਸੇਮ ਨਿਕਲੇ ਆ, ਜਾਂ ਸਟੱਡੀ ਗਰੋਥ ਬਾਰੇ ਸੇਮ ਕੁਛ ਕਹਿ ਗਏ ਆ। ਇਸ ਕਰਕੇ ਦੋਨੇ ਮਾਡਲ ਇਕੱਠੇ ਹੋ ਗਏ ਆ, ਜਿਨ੍ਹਾਂ ਨੂੰ ਬਾਅਦ 'ਚ ਆਪਾਂ ਇਕੱਠਾ ਕਹਿਣਾ ਸ਼ੁਰੂ ਕਰਤਾ ਹੈਰੋਡ ਤੇ ਡੋਮਰ ਮਾਡਲ। ਇੱਕ ਖਾਸ ਗੱਲ ਇਹਦੇ ਵਿੱਚ ਹੋਰ ਵੀ ਹੈਗੀ ਆ, ਜਿਹੜਾ ਹੈਰੋਡ ਮਾਡਲ ਆ, ਇਹ ਮਾਡਲ 1939 ਦੇ ਵਿੱਚ ਕੰਮ ਹੋਇਆ ਹੈ ਇਹਦੇ ਤੇ। ਵੈਸੇ ਤੁਹਾਡੀਆਂ ਨਾ ਦੋ ਤਿੰਨ ਜਗ੍ਹਾ ਦੋ ਬੁੱਕਸ ਆ ਜਿਹੜੀਆਂ ਅਲੱਗ-ਅਲੱਗ ਸ਼ੋਅ ਕਰ ਰਹੀਆਂ। ਇੱਕ ਬੁੱਕ ਹੈਗੀ ਆ ਜਿਹਦੇ ਤੇ ਲਿਖਿਆ ਆ 1939 ਦੇ ਵਿੱਚ ਹੈਰੋਡ ਨੇ ਕੰਮ ਕੀਤਾ ਤੇ 1947 ਦੇ ਵਿੱਚ ਡੋਮਰ ਨੇ ਕੰਮ ਕੀਤਾ। 39 ਤੇ 47 8 ਸਾਲ। ਇੱਕ ਬੁੱਕ ਹੈਗੀ ਆ ਤੁਹਾਡੀ ਜਿਹਦੇ ਵਿੱਚ ਲਿਖਦੇ ਪਏ ਆ, ਜਿਹੜੀ ਮੈਂ ਇਹਦੇ ਵਿੱਚ ਮੈਂਸ਼ਨ ਕੀਤੀ ਆ 1948, ਇਹਦੇ ਵਿੱਚ ਕੰਮ ਕੀਤਾ ਹੈਰੋਡ ਨੇ ਤੇ 1957 ਦੇ ਵਿੱਚ ਕੰਮ ਕੀਤਾ ਆ ਡੋਮਰ ਨੇ। ਮੈਂ ਤੁਹਾਨੂੰ ਇਹਦੀ ਕਲੈਰਿਟੀ ਬਾਅਦ ਵਿੱਚ ਫਿਰ ਕਰ ਦਾਂਗਾ, ਕਿਸੇ ਹੋਰ ਬੁੱਕ ਨੂੰ ਫੋਲੋ ਕਰਕੇ ਤੁਹਾਨੂੰ ਦੱਸ ਦਾਂਗਾ। ਫਿਲਹਾਲ ਤੁਹਾਨੂੰ ਮੈਂ ਇਹਦੇ ਨਾਲ ਹੀ ਕਰਾ ਦਿੰਦਾ ਕੰਮ। ਜਿਹੜਾ ਹੈਰੋਡ ਆ, ਇਹਨੇ ਇੱਕ ਬੁੱਕ ਸੀ, ਜਿਹੜੀ ਬੁੱਕ ਦਾ ਨਾਮ ਆ ਤੁਸੀਂ ਯਾਦ ਰੱਖਿਓ, 1948 ਲਿਖਿਆ, ਵੈਸੇ ਬੁੱਕ ਕਈ ਬੁੱਕਸ ਵਿੱਚ 1939 ਮੈਂਸ਼ਨ ਹੈ। ਟੂਵਰਡਸ ਆ ਡਾਇਨਾਮਿਕ ਇਕਨੋਮਿਕਸ। ਟੂਵਰਡਸ ਆ ਡਾਇਨਾਮਿਕ ਇਕਨੋਮਿਕਸ ਬੁੱਕ ਕਿਹਦੇ ਦੁਆਰਾ ਲਿਖੀ ਗਈ ਆ, ਜਾਂ ਇਹ ਜਿਹੜਾ ਹੈਰੋਡ ਦਾ ਮਾਡਲ ਆ ਉਹ ਕਿਹੜੀ ਬੁੱਕ ਦੇ ਵਿੱਚ ਪਬਲਿਸ਼ ਹੋਇਆ ਆ? ਟੂਵਰਡਸ ਆ ਡਾਇਨਾਮਿਕ ਇਕਨੋਮਿਕਸ 1948 ਔਰ 39, ਕਨਫਰਮ ਕਰ ਦਾਂਗਾ ਤੁਹਾਨੂੰ ਮੈਂ। ਫਿਲਹਾਲ ਮੈਂ 1948 ਨਾਲ ਗੱਲ ਕਰਦਾ ਪਿਆ। ਇਸ ਤਰ੍ਹਾਂ ਡੋਮਰ ਨੇ ਇੱਕ ਬੁੱਕ ਹੈਗੀ ਸੀ ਐਸੇਜ਼ ਇਨ ਦਾ ਥਿਊਰੀ ਆਫ ਇਕਨੋਮਿਕ ਗਰੋਥ, ਇਹ 1957, ਕਈ ਬੁੱਕਸ ਵਿੱਚ 1947 ਲਿਖਿਆ ਹੈ। ਅੱਛਾ, ਇਹ ਤੇ ਹੋ ਗਈ ਇਹਨਾਂ ਦੋਨਾਂ ਦੀ ਗੱਲ। ਐਕਚੁਅਲੀ ਇਹ ਮਾਡਲ ਕਹਿੰਦੇ ਕੀ ਆ? ਦੇਖੋ, ਇਹਦੀ ਜਿਹੜੀ ਸ਼ੁਰੂਆਤ ਆ ਇਹ ਹੈਰੋਡ ਡੋਮਰ ਦੀ, ਕੇਨਜ਼ ਨੇ ਕੰਮ ਕੀਤਾ ਆ ਆਫਟਰ ਵਰਲਡ ਵਾਰ 2, ਯਾਨੀ ਕਿ ਜਦੋਂ ਡਿਪਰੈਸ਼ਨ ਆਇਆ 1929 ਤੋਂ ਬਾਅਦ, ਉਦੋਂ ਕੇਨਜ਼ ਦੀ ਥਿਊਰੀ ਨੇ ਇਕੋਨਮੀ ਨੂੰ ਹੈਲਪ ਕੀਤੀ ਆ ਉਸ ਤੋਂ ਬਾਹਰ ਨਿਕਲਣ ਲਈ। ਤੁਹਾਨੂੰ ਇੱਕ ਚੀਜ਼ ਹੋਰ ਪਤਾ ਹੋਣੀ ਚਾਹੀਦੀ ਆ, ਇੱਕ ਕੇਨਜ਼ੀਅਨ ਇਕਨੋਮਿਕਸ ਚੱਲਦੀ ਹੈ, ਇੱਕ ਕਲਾਸੀਕਲ ਇਕਨੋਮਿਕਸ ਚੱਲਦੀ ਆ। ਜਿਹੜੇ ਕਲਾਸੀਕਲ ਇਕੋਨੋਮਿਸਟ ਆ ਉਹ ਅੱਛਾ, ਪਹਿਲਾਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਦਾ। ਤੁਹਾਡਾ ਜਿਹੜਾ ਇਕਨੋਮਿਕ ਡਿਵੈਲਪਮੈਂਟ ਆ, ਜਾਂ ਆਪਾਂ ਗੱਲ ਕਰੀਏ ਇਕਨੋਮਿਕ ਗਰੋਥ ਦੀ, ਇਹਨਾਂ ਦੋਨਾਂ ਕੰਸੈਪਟ ਵਿੱਚ ਇਕਨੋਮਿਕ ਗਰੋਥ ਤੇ ਡਿਵੈਲਪਮੈਂਟ ਦੇ ਵਿੱਚ ਆਪਾਂ ਨੂੰ ਚਾਹੀਦੀ ਹੈ ਕੈਪੀਟਲ ਅਕਮੂਲੇਸ਼ਨ, ਜਾਂ ਕੈਪੀਟਲ ਫਾਰਮੇਸ਼ਨ, ਜਾਂ ਕੈਪੀਟਲ ਸਟਾਕ। ਆਹ ਚੀਜ਼ਾਂ ਨੂੰ ਆਪਾਂ ਜੇ ਦੇਖਣਾ ਹੋਵੇ ਕੈਪੀਟਲ ਦੇ ਬਾਰੇ, ਕੈਪੀਟਲ ਦਾ ਡਿਊਅਲ ਰੋਲ ਹੁੰਦਾ ਆ ਇਕਨੋਮਿਕ ਗਰੋਥ 'ਚ, ਜਾਂ ਤੁਸੀਂ ਇਨਵੈਸਟਮੈਂਟ ਦਾ ਵੀ ਕਹਿ ਸਕਦੇ ਹੋ। ਕੈਪੀਟਲ ਨੇ ਹਾਰ ਕੇ ਇਨਵੈਸਟ ਹੀ ਹੋਣਾ। ਇਨਵੈਸਟਮੈਂਟ ਦਾ ਡਿਊਅਲ ਰੋਲ ਹੁੰਦਾ ਆ ਇਕਨੋਮਿਕ ਗਰੋਥ ਨੂੰ ਹੈਲਪ ਕਰਨ ਦੇ ਵਿੱਚ, ਜਾਂ ਇਕਨੋਮਿਕ ਗਰੋਥ ਨੂੰ ਹਾਸਲ ਕਰਨ ਦੇ ਵਿੱਚ। ਇਨਵੈਸਟਮੈਂਟ ਦੋ ਤਰੀਕਿਆਂ ਨਾਲ ਰੋਲ ਅਦਾ ਕਰਦੀ ਹੈ, ਡਿਊਅਲ ਕਰੈਕਟਰ ਹੁੰਦਾ ਹੈ। ਇੱਕ ਕਰੈਕਟਰ ਇਹਦਾ ਹੈਗਾ ਆ ਇਨਕਮ ਜਨਰੇਟ ਕਰਨ ਦਾ, ਤੇ ਦੂਜਾ ਕਰੈਕਟਰ ਇਹਦਾ ਹੈਗਾ ਆ ਪ੍ਰੋਡਕਟਿਵ ਕਪੈਸਿਟੀ ਵਧਾਉਣ ਦਾ, ਯਾਨੀ ਕਿ ਪ੍ਰੋਡਕਸ਼ਨ ਵਧਾਉਣ ਦਾ। ਇੱਕ ਇਨਕਮ ਵਧਾਉਂਦਾ ਆ, ਕਿ ਇਨਵੈਸਟਮੈਂਟ ਦੇ ਨਾਲ ਇਨਕਮ ਵੱਧਦੀ ਹੈ, ਇੱਕ ਕੀ ਵੱਧਦੀ ਆ? ਪ੍ਰੋਡਕਸ਼ਨ। ਹੁਣ ਜੇ ਤੁਸੀਂ ਦੋਨਾਂ ਨੂੰ ਧਿਆਨ ਨਾਲ ਦੇਖੋ, ਜਦੋਂ ਇਨਕਮ ਵੱਧਦੀ ਆ ਉਹ ਕੀ ਕਹਿੰਦੇ, ਉਹਨੂੰ ਕਹਿੰਦੇ ਆਪਾਂ ਡਿਮਾਂਡ ਵੱਧਦੀ ਆ। ਜਦੋਂ ਪ੍ਰੋਡਕਟਿਵ ਕਪੈਸਿਟੀ ਵੱਧਦੀ ਆ, ਉਹਦੇ ਨਾਲ ਕੀ ਵੱਧਦੀ ਆ? ਸਪਲਾਈ ਵੱਧਦੀ ਆ। ਕਲੀਅਰ? ਇੱਕ ਡਿਮਾਂਡ ਵੱਧਦੀ ਆ, ਇੱਕ ਸਪਲਾਈ ਵੱਧਦੀ ਆ। ਇਨਵੈਸਟਮੈਂਟ ਜਦੋਂ ਹੁੰਦੀ ਆ, ਦੋ ਚੀਜ਼ਾਂ ਵੱਧਦੀਆਂ, ਜਾਂ ਇਨਵੈਸਟਮੈਂਟ ਦੇ ਦੋ ਕਰੈਕਟਰ ਹੁੰਦੇ ਆ, ਉਹ ਇਨਕਮ ਵੀ ਵਧਾਉਂਦੀ ਆ ਤੇ ਉਹ ਪ੍ਰੋਡਕਟਿਵ ਕਪੈਸਿਟੀ ਵੀ ਵਧਾਉਂਦੀ ਆ। ਜਿਹਨਾਂ ਲੋਕਾਂ ਦੀ ਇਨਕਮ ਵੱਧਦੀ ਆ ਉਹ ਡਿਮਾਂਡ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ ਆ। ਜਦੋਂ ਪ੍ਰੋਡਕਟਿਵ ਕਪੈਸਿਟੀ ਵੱਧਦੀ ਆ ਤੇ ਚੀਜ਼ਾਂ ਦੀ ਸਪਲਾਈ ਵੱਧ ਜਾਂਦੀ, ਯਾਨੀ ਕਿ ਉਹ ਸਪਲਾਈ ਸਾਈਡ ਨੂੰ ਚੱਲ ਪੈਂਦੀ ਆ। ਹੁਣ ਜਦੋਂ ਸਪਲਾਈ ਵੱਧਦੀ ਆ, ਮੈਂ
जो चलो आ कंसैप्ट देखते ही होने जिहड़ा हैरिड मॉडल है। अच्छा हुण मैं पहला वही गल कर दवां, जदों सप्लाई वधदी है, सप्लाई वधन दा मतलब प्रोडक्टिव कैपेसिटी वध गई। प्रोडक्टिव कैपेसिटी जदों वधूगी उस चीज़ नूं फेवर कौन करदा आ? क्लासिकल इकोनॉमिस्ट। गल पल्ले पई, जदों सप्लाई वधदी आ, सप्लाई साइड नूं कौन कहंदा पिया आ? क्लासिकल इकोनॉमिस्ट। ਉਹ ਕਹਿੰਦੇ ਆ ਸਪਲਾਈ ਵੱਧਦੀ ਆ ਇਨਵੈਸਟਮੈਂਟ ਦੇ ਨਾਲ, ਪ੍ਰੋਡਕਟਿਵ ਕਪੈਸਿਟੀ ਵੱਧਦੀ ਆ ਇਨਵੈਸਟਮੈਂਟ ਦੇ ਨਾਲ, ਜਿਹਦੇ ਨਾਲ ਸਪਲਾਈ ਵੱਧ ਗਈ। ਉਹ ਡਿਮਾਂਡ ਸਾਈਡ ਨੂੰ ਇਗਨੋਰ ਕਰਕੇ ਚੱਲਦੇ ਆ ਕੌਣ? ਕਲਾਸੀਕਲ ਇਕੋਨੋਮਿਸਟ। ਪੱਲੇ ਪੈ ਗਿਆ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦੇ ਆ ਕੇਨਜ਼ੀਅਨ। ਕੇਨਜ਼ ਕੀ ਕਹਿੰਦਾ ਆ? ਉਹ ਕਹਿੰਦੇ ਆ ਇਨਕਮ ਵੱਧਦੀ ਆ ਇਨਵੈਸਟਮੈਂਟ ਦੇ ਨਾਲ, ਜਦੋਂ ਇਨਕਮ ਵੱਧਦੀ ਆ ਤੇ ਡਿਮਾਂਡ ਵੱਧਦੀ ਆ। ਇਸ ਕਰਕੇ ਜਿਹੜਾ ਕੇਨਜ਼ੀਅਨ ਆ ਉਹ ਡਿਮਾਂਡ ਸਾਈਡ ਨੂੰ ਫੇਵਰ ਕਰਦਾ ਆ, ਉਹਨੇ ਇਗਨੋਰ ਕਿਹਨੂੰ ਕੀਤਾ ਆ? ਪ੍ਰੋਡਕਟਿਵ ਕੈਪੈਸਿਟੀ ਨੂੰ। ਕਲਾਸੀਕਲ ਕਿਹਨੂੰ ਲੈ ਕੇ ਚੱਲਦੇ ਆ? ਸਪਲਾਈ ਨੂੰ। ਕੇਨਜ਼ ਕਿਹਨੂੰ ਲੈ ਕੇ ਚੱਲਦਾ? ਡਿਮਾਂਡ ਨੂੰ। ਕਲਾਸੀਕਲਸ ਕਹਿੰਦੇ ਆ ਇਨਵੈਸਟਮੈਂਟ ਹੋਣ ਦੇ ਨਾਲ ਪ੍ਰੋਡਕਟਿਵ ਕੈਪੈਸਿਟੀ ਵੱਧਦੀ ਆ, ਪ੍ਰੋਡਕਟਿਵ ਕੈਪੈਸਿਟੀ ਵਧੂਗੀ ਤੇ ਸਪਲਾਈ ਵਧੂਗੀ। ਜੇ ਤੁਹਾਨੂੰ ਕਲਾਸੀਕਲ ਇਕੋਨੋਮਿਸਟ ਜਿਹੜਾ ਮੇਨ ਆਪਾਂ BA 1 'ਚ ਫਸਟ ਪੜ੍ਹਦੇ ਆ, ਸੇਜ਼ ਲਾ, ਸੇਜ਼ ਲਾ ਨੂੰ ਕਹਿੰਦੇ ਕੀ ਆ? ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ। ਕਿਹਨੂੰ ਲੈ ਕੇ ਚੱਲਦਾ? ਸਪਲਾਈ ਨੂੰ। ਉਹ ਡਿਮਾਂਡ ਦੀ ਗੱਲ ਨਹੀਂ ਕਰਦੇ, ਉਹ ਕਿਹਦੀ ਗੱਲ ਕਰਦੇ ਆ? ਸਪਲਾਈ ਦੀ। ਇਹਦਾ ਮਤਲਬ ਇਹ ਹੋਇਆ ਕਲਾਸੀਕਲ ਇਕੋਨੋਮਿਸਟ ਜਿਹੜੇ ਸੀ ਉਹ ਕਿਹਨੂੰ ਲੈ ਕੇ ਚੱਲਦੇ ਆ? ਸਪਲਾਈ ਸਾਈਡ ਇਕਨੋਮਿਕਸ ਨੂੰ। ਜਿਹੜਾ ਕੇਨਜ਼ ਆ ਉਹ ਕਿਹਨੂੰ ਲੈ ਕੇ ਚੱਲਦਾ ਆ? ਡਿਮਾਂਡ ਸਾਈਡ ਇਕਨੋਮਿਕਸ ਨੂੰ। ਹੁਣ ਕਲਾਸੀਕਲਸ ਨੇ ਫੇਵਰ ਕਿਹਨੂੰ ਕਰਤਾ? ਸਪਲਾਈ ਨੂੰ। ਕੇਨਜ਼ ਕਿਹਨੂੰ ਫੇਵਰ ਕਰਦਾ? ਡਿਮਾਂਡ ਨੂੰ। ਕਲਾਸੀਕਲ ਇਗਨੋਰ ਕਿਹਨੂੰ ਕਰਦਾ? ਡਿਮਾਂਡ ਨੂੰ। ਕੇਨਜ਼ ਇਗਨੋਰ ਕਿਹਨੂੰ ਕਰਦਾ ਆ? ਸਪਲਾਈ ਨੂੰ, ਯਾਨੀ ਕਿ ਪ੍ਰੋਡਕਟਿਵ ਕੈਪੈਸਿਟੀ। ਕਲੀਅਰ ਹੈ? ਹੁਣ ਇਸ ਤੋਂ ਬਾਅਦ ਆ ਗਿਆ ਹੈਰਿਡ ਡੋਮਰ ਮਾਡਲ। ਹੈਰਿਡ ਡੋਮਰ ਮਾਡਲ ਇੰਟੈਗਰੇਟ ਕਰਦਾ ਆ ਕਲਾਸੀਕਲ ਤੇ ਕੇਨਜ਼ ਦੋਨਾਂ ਅਪਰੋਚਿਸ ਨੂੰ, ਯਾਨੀ ਕਿ ਇਹ ਡਿਮਾਂਡ ਸਾਈਡ ਨੂੰ ਵੀ ਲੈ ਕੇ ਚੱਲਦਾ ਆ ਤੇ ਸਪਲਾਈ ਸਾਈਡ ਨੂੰ ਵੀ ਲੈ ਕੇ ਚੱਲਦਾ। ਹੋਰ ਇਹ ਇਨਕਮ ਦੀ ਵੀ ਗੱਲ ਕਰਦਾ ਆ, ਇਹ ਪ੍ਰੋਡਕਟਿਵ ਕੈਪੈਸਿਟੀ ਦੀ ਵੀ ਗੱਲ ਕਰਦਾ ਆ। ਪੱਲੇ ਪਿਆ? ਸਮਝ ਲੱਗ ਗਈ ਬਈ? ਜਿਹੜਾ ਕੇਨਜ਼ ਸੀ, ਕੇਨਜ਼ ਨੇ ਸ਼ਾਰਟ ਪੀਰੀਅਡ ਨੂੰ ਜ਼ਿਆਦਾ ਮੰਨ ਕੇ ਚੱਲਿਆ ਸੀ, ਜਦ ਕਿ ਹੈਰਿਡ ਡੋਮਰ ਮਾਡਲ ਲੌਂਗ ਪੀਰੀਅਡ ਨੂੰ ਲੈ ਕੇ ਚੱਲਿਆ। ਕੇਨਜ਼ ਲੌਂਗ ਪੀਰੀਅਡ ਨੂੰ ਇਗਨੋਰ ਕਰਦਾ ਸੀ। ਪੱਲੇ ਪਈ ਵੀ ਗੱਲ? ਇਨਵੈਸਟਮੈਂਟ ਦੇ ਦੋ ਰੋਲ ਹੁੰਦੇ ਆ ਇਕਨੋਮਿਕ ਗਰੋਥ 'ਚ, ਇੱਕ ਇਨਕਮ ਜਨਰੇਟ ਕਰਦੇ ਆ, ਇੱਕ ਪ੍ਰੋਡਕਟਿਵ ਕੈਪੈਸਿਟੀ ਹੁੰਦੀ ਉਹਦੇ ਨਾਲ ਵੱਧਦੀ ਆ। ਜਦੋਂ ਪ੍ਰੋਡਕਟਿਵ ਕੈਪੈਸਿਟੀ ਵਧੂਗੀ ਉਦੋਂ ਸਪਲਾਈ ਵਧੂਗੀ ਇਕੋਨੋਮੀ ਦੇ ਵਿੱਚ, ਸਪਲਾਈ ਵਧੂਗੀ ਤੇ ਉਹਦੇ ਨਾਲ ਕੀ ਹੁੰਦਾ ਆ? ਕਲਾਸੀਕਲ ਇਕੋਨੋਮਿਸਟ ਫੇਵਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਹਾਂ ਬਈ ਇਕੋਨੋਮੀ 'ਚ ਸਪਲਾਈ ਕੌਣ ਵਧਾਉਂਦਾ ਆ? ਇਨਵੈਸਟਮੈਂਟ। ਸਪਲਾਈ ਵਧਾਤੀ ਆਟੋਮੈਟਿਕਲੀ ਸਪਲਾਈ ਨੇ ਡਿਮਾਂਡ ਕ੍ਰੀਏਟ ਕਰ ਦੇਣੀ ਆ। ਇਹਦਾ ਮਤਲਬ ਇਹ ਹੋਇਆ ਕਿ ਸਾਰਾ ਕੁਝ ਓਕੇ 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 ਓਕੇ। ਮਤਲਬ ਕਲਾਸੀਕਲ ਇਕੋਨੋਮਿਸਟ ਇੱਥੇ ਫੇਵਰ ਰਹਿ ਕੇ ਤੁਰ ਪਏ, ਉਹਨਾਂ ਨੇ ਡਿਮਾਂਡ ਸਾਈਡ ਨੂੰ ਇਗਨੋਰ ਕਰਤਾ। ਕਲਾਸੀਕਲ ਫੇਲ ਹੋਏ ਸੀ 1929 ਦੇ ਵਿੱਚ, ਇਸ ਕਰਕੇ ਕੌਣ ਸ਼ੁਰੂ ਹੋ ਗਿਆ ਸੀ? ਕੇਨਜ਼। ਕੇਨਜ਼ ਨੇ ਗੱਲ ਕੀਤੀ ਆ ਨਹੀਂ, ਜੋ ਕਲਾਸੀਕਲਸ ਕਹਿੰਦੇ ਆ ਉਹ ਠੀਕ ਨਹੀਂ ਕਹਿੰਦੇ ਪਏ। ਉਹ ਕਹਿੰਦਾ ਇਨਵੈਸਟਮੈਂਟ ਦਾ ਇਕੱਲਾ ਪ੍ਰੋਡਕਟਿਵ ਕੈਪੈਸਿਟੀ ਨਹੀਂ, ਇਨਵੈਸਟਮੈਂਟ ਨਾਲ ਕੀ ਵੱਧਦੀ ਆ? ਇਨਕਮ। ਇਨਕਮ ਵਧੂਗੀ ਤੇ ਡਿਮਾਂਡ ਵਧੂਗੀ, ਐਗਰੀਗੇਟ ਡਿਮਾਂਡ। ਯਾਦ ਹੋਣਾ ਕਨਸੈਪਟ ਤੁਹਾਨੂੰ, ਮੈਕਰੋ 'ਚ ਪੜ੍ਹਿਆ। ਹੁਣ ਜਦੋਂ ਇਨਕਮ ਵਧੂਗੀ, ਡਿਮਾਂਡ ਵਧੂਗੀ, ਉਹ ਕਹਿੰਦਾ ਡਿਮਾਂਡ ਵਧੂਗੀ ਤੇ ਆਟੋਮੈਟਿਕਲੀ ਇਕੋਨੋਮੀ ਤਾਂ ਆਪਣੇ ਪੈਰਾਂ 'ਤੇ ਆ ਜਾਊਗੀ। ਜਦੋਂ ਡਿਪਰੈਸ਼ਨ ਦੂਰ ਕੀਤਾ ਸੀ, ਸਟੇਟ ਨੇ ਇੰਟਰਵੈਂਸ਼ਨ ਕੀਤੀ ਸੀ, ਡਿਮਾਂਡ ਵਧਾਈ ਆ, ਇਨਕਮ ਜਨਰੇਟ ਕੀਤੀ ਲੋਕਾਂ ਦੀ ਪੰਪ ਪ੍ਰਾਈਮਿੰਗ ਦੇ ਨਾਲ। ਪੰਪ ਪ੍ਰਾਈਮਿੰਗ ਦਾ ਪਤਾ ਕੀ ਹੁੰਦਾ? ਯਾਦ ਰੱਖਿਓ, ਕਿਤੇ ਵੇਲੇ ਪੁੱਛੂਗਾ ਤੁਹਾਨੂੰ ਵਿਹਲੇ ਟਾਈਮ। ਜ਼ੂਮ ਜਾਂ ਜੀਓ ਜਿਹੜੀ ਆਪਾਂ ਕੋਈ ਕਰਾਂਗੇ ਕਲਾਸ ਲਾਈਵ ਲਾਵਾਂਗੇ ਤੇ ਉਹਦੇ ਵਿੱਚ ਤੁਹਾਨੂੰ ਮੈਂ ਕੁਛ ਕੁਐਸਚਨ ਕਰਨੇ ਆ, ਇਹਨਾਂ ਦੀ ਦਿਮਾਗ 'ਚ ਰੱਖਿਓ। ਪੰਪ ਪ੍ਰਾਈਮਿੰਗ ਕੀ ਹੁੰਦੀ ਹੈ? ਅੱਛਾ, ਇਹ ਦੋਨੇ ਚੀਜ਼ਾਂ ਨੂੰ ਜਦੋਂ ਆਪਾਂ ਇੰਟੈਗਰੇਟ ਕਰਤਾ, ਇਕੱਠਾ ਕਰਤਾ, ਕਲਾਸੀਕਲਸ ਨੇ ਡਿਮਾਂਡ ਇਗਨੋਰ ਕੀਤੀ, ਕੇਨਜ਼ੀਅਨ ਨੇ ਸਪਲਾਈ ਪ੍ਰੋਡਕਟਿਵ ਕੈਪੈਸਿਟੀ ਇਗਨੋਰ ਕੀਤੀ। ਇਹਦਾ ਮਤਲਬ ਇਹਨਾਂ ਦੋਨਾਂ 'ਚ ਕੁਝ ਖਾਮੀਆਂ ਰਹਿ ਗਈਆਂ, ਉਹ ਖਾਮੀਆਂ ਕਵਰ ਕਿਹਨੇ ਕਰਤੀਆਂ? ਹੈਰਿਡ ਡੋਮਰ ਨੇ। ਉਹਨੇ ਡਿਮਾਂਡ ਵੀ ਲੈ ਲਈ ਤੇ ਉਹਨੇ ਸਪਲਾਈ ਵੀ ਲੈ ਲਈ। ਕਲੀਅਰ ਆ? ਆ ਇੱਥੇ ਲਿਖਿਆ ਵੀ ਆ ਹੈਰਿਡ ਡੋਮਰ ਮਾਡਲ। HDM ਦਾ ਮਤਲਬ ਆ ਹੈਰਿਡ ਡੋਮਰ ਮਾਡਲ। ਜਿੱਥੇ ਵੀ HDM ਆਏਗਾ, considered both the sides of investment process, यानी कि demand side and supply side। clear ਬਈ? ਹੁਣ ਅੱਗੇ ਆ ਕਹਿੰਦੇ ਜੇ ਇਕੋਨੋਮੀ ਦੇ ਵਿੱਚ ਜਦੋਂ ਡਿਪਰੈਸ਼ਨ ਆਇਆ ਹੈ, ਕੇਨਜ਼ ਨੇ 1929 ਦੀ ਆਪਾਂ ਗੱਲ ਕਰਦੇ ਹਾਂ, ਡਿਪਰੈਸ਼ਨ ਆਇਆ, ਡਿਪਰੈਸ਼ਨ ਨੂੰ
ਆਪਾਂ ਜਦੋਂ ਇਕੋਨੋਮੀ ਥੱਲੇ ਚੱਲ ਜਾਂਦੀ ਆ ਉਦੋਂ ਇੱਕ ਆਪਾਂ ਨੇ ਕੋ ਹਮੇਸ਼ਾ ਚਾਹਤ ਹੁੰਦੀ ਆ ਕਿ ਆਪਾਂ ਇਕੋਨੋਮੀ ਨੂੰ ਕੀ ਕਰੀਏ, ਜਾਂ ਤੇ ਉੱਪਰ ਲੈ ਕੇ ਜਾਈਏ ਜਾਂ ਉਹ ਇੱਕ ਸਟੇਬਲ ਪੋਜੀਸ਼ਨ ਤੇ ਪਹੁੰਚ ਜਾਏ ਜਿਹਦੇ ਨਾਲ ਇਕੋਨੋਮੀ ਆਪਣੇ ਰਸਤੇ ਤੇ ਤੁਰੀ ਰਵੇ। ਜੇ ਵਧਣੀ ਨਹੀਂ ਤੇ ਘੱਟੋ ਘੱਟ ਸਟੇਬਲ ਤੇ ਹੋਵੇ। ਇੱਕ ਸਟੱਡੀ ਗਰੋਥ ਪਾਥ ਉਹਨੂੰ ਮਿਲਣਾ ਚਾਹੀਦਾ ਜਿਹਦੇ ਨਾਲ ਇਕੋਨੋਮੀ ਭਾਵੇਂ ਹੌਲੀ ਹੌਲੀ ਵਧੇ ਪਰ ਵਧਣੀ ਸ਼ੁਰੂ ਹੋ ਜਾਵੇ, ਉਹ ਡਿਪਰੈਸ਼ਨ ਦੇ ਪੀਰੀਅਡ ਚੋਂ ਬਾਹਰ ਨਿਕਲੇ। ਉਹਦੇ ਲਈ ਕੁਝ ਰਿਕੁਆਇਰਮੈਂਟਸ ਹੈਰਡ ਡੋਮਰ ਨੇ ਦਿੱਤੀਆਂ ਆ। ਉਹ ਕੀ ਰਿਕੁਆਇਰਮੈਂਟ ਆ ਜਾਂ ਉਹ ਕੀ ਕਹਿੰਦਾ ਆ ਉਹਦੇ ਬਾਰੇ ਹੁਣ ਸੁਣਿਓ। ਹੈਰੀ ਡੋਮਰ ਕਹਿੰਦੇ ਆ ਕਿ ਇਨਵੈਸਟਮੈਂਟ ਦੇ ਦੋ ਰੋਲ ਆ, ਮੈਂ ਹੁਣੇ ਗੱਲ ਕਰ ਚੁੱਕਾ। ਇੱਕ ਇਨਕਮ ਜਨਰੇਟ ਕਰਦਾ ਹੈ, ਇੱਕ ਪ੍ਰੋਡਕਟਿਵ ਕੈਪੈਸਿਟੀ ਜਨਰੇਟ ਹੁੰਦੀ ਹੈ। ਜਦੋਂ ਇਨਕਮ ਜਨਰੇਟ ਹੁੰਦੀ ਹੈ ਉਹਨੂੰ ਕਹਿੰਦੇ ਆ ਡਿਮਾਂਡ ਇਫੈਕਟ, ਜਦੋਂ ਪ੍ਰੋਡਕਟਿਵ ਕੈਪੈਸਿਟੀ ਇਨਕਰੀਜ਼ ਹੁੰਦੀ ਹੈ ਉਹਨੂੰ ਕਹਿੰਦੇ ਆ ਸਪਲਾਈ ਇਫੈਕਟ। ਕਲੀਅਰ ਹੈ? ਇਨਵੈਸਟਮੈਂਟ ਤੇ ਨੈਟ ਇਨਵੈਸਟਮੈਂਟ 'ਚ ਫਰਕ ਪਤਾ? ਇਨਵੈਸਟਮੈਂਟ ਤੁਸੀਂ 100 ਕਰੋੜ ਰੁਪਈਆ ਲਾਇਆ, ਇਨਵੈਸਟਮੈਂਟ ਤੁਸੀਂ ਅਗਲੇ ਸਾਲ 150 ਕਰੋੜ ਲਾਤਾ। ਫਸਟ ਈਅਰ 'ਚ 100 ਕਰੋੜ ਦੀ ਇਨਵੈਸਟਮੈਂਟ ਹੈ, ਸੈਕੰਡ ਈਅਰ 'ਚ 150 ਕਰੋੜ ਦੀ ਇਨਵੈਸਟਮੈਂਟ ਹੈ। ਇਹ ਹੈਗੀ ਇਨਵੈਸਟਮੈਂਟ। ਨੈਟ ਇਨਵੈਸਟਮੈਂਟ ਕੀ ਆ? ਪਹਿਲੇ ਸਾਲ 100 ਕਰੋੜ, ਦੂਜੇ ਸਾਲ 150 ਮਾਈਨਸ 100 ਕਿੰਨੇ ਬਚੇ? 50। ਜਿਹੜੀ ਚੇਂਜ ਆਈ ਆ ਉਹ ਨੈਟ ਇਨਵੈਸਟਮੈਂਟ ਹੁੰਦੀ ਹੈ। ਨੈਟ ਕੈਪੀਟਲ ਸਟਾਕ ਤੇ ਨੈਟ ਇਨਵੈਸਟਮੈਂਟ ਸੇਮ ਹੁੰਦੇ ਆ, ਯਾਦ ਰੱਖਿਓ। ਯਾਨੀ ਕਿ ਨੈਟ ਕੈਪੀਟਲ ਤੇ ਇਨਵੈਸਟਮੈਂਟ ਸੇਮ ਆਪਾਂ ਗੱਲ ਕਰਦੇ ਹਾਂ। ਹੁਣ ਕਹਿੰਦਾ ਜੇ ਨੈਟ ਇਨਵੈਸਟਮੈਂਟ ਪੋਜ਼ਿਟਿਵ ਜਾਂਦੀ ਹੋਵੇ ਯਾਨੀ ਕਿ ਵੱਧਦੀ ਹੋਵੇ, ਪਹਿਲਾਂ 100 ਕਰੋੜ ਸੀ, 100 ਤੋਂ ਆਪਾਂ 50 ਵਧਾ ਤੇ ਕਿੰਨੇ ਹੋ ਗਏ? 150 ਕਰੋੜ। ਇਹਦਾ ਮਤਲਬ ਨੈਟ ਇਨਵੈਸਟਮੈਂਟ ਕੀ ਆ? ਪੋਜ਼ਿਟਿਵ ਹੈ। ਜਦੋਂ ਨੈਟ ਇਨਵੈਸਟਮੈਂਟ ਪੋਜ਼ਿਟਿਵ ਹੋਊਗੀ ਉਦੋਂ ਰੀਅਲ ਇਨਕਮ ਵੀ ਵੱਧਦੀ ਆ, ਉਦੋਂ ਆਊਟਪੁੱਟ ਵੀ ਵੱਧਦੀ ਹੈ। ਜਦੋਂ ਨੈਟ ਇਨਵੈਸਟਮੈਂਟ ਪੋਜ਼ਿਟਿਵ ਹੋਏਗੀ ਉਦੋਂ ਰੀਅਲ ਇਨਕਮ ਵੀ ਵੱਧਦੀ ਆ, ਉਦੋਂ ਆਊਟਪੁੱਟ ਵੀ ਵੱਧਦੀ ਹੈ। ਕਲੀਅਰ? ਹੁਣ ਜਦੋਂ ਕਹਿੰਦਾ ਜੇ ਆਪਾਂ ਫੁੱਲ ਇੰਪਲੋਇਮੈਂਟ ਇਕੁਇਲਿਬਰੀਅਮ ਨੂੰ ਮੇਨਟੇਨ ਕਰਨਾ ਆ ਤੇ ਆਪਾਂ ਨੂੰ ਕੀ ਚੀਜ਼ਾਂ ਵਧਣੀਆਂ ਚਾਹੀਦੀਆਂ? ਰੀਅਲ ਇਨਕਮ ਤੇ ਆਊਟਪੁੱਟ ਕਿੰਨੀ ਵਧਣੀ ਚਾਹੀਦੀ ਆ? ਜਿੰਨੀ ਪ੍ਰੋਡਕਟਿਵ ਕੈਪੈਸਿਟੀ ਵੱਧਦੀ ਪਈ ਹੈ। ਪੱਲੇ ਪਈ ਗੱਲ? ਦੇਖੋ ਫੁੱਲ ਇੰਪਲੋਇਮੈਂਟ ਕਦੋਂ ਹੋਊਗਾ? ਜਦੋਂ ਸਪਲਾਈ ਤੇ ਡਿਮਾਂਡ ਆਪਸ 'ਚ ਬਰਾਬਰ ਹੋਣਗੇ। ਹੁਣ ਰੀਅਲ ਇਨਕਮ ਵਧੂਗੀ, ਰੀਅਲ ਇਨਕਮ ਵਧਣ ਦੇ ਨਾਲ ਡਿਮਾਂਡ ਵਧੂਗੀ। ਜੇ ਡਿਮਾਂਡ ਵਧੀ, ਸਪਲਾਈ ਨਾ ਵਧੀ, ਇੰਬੈਲੈਂਸ ਆ ਗਿਆ ਇਕੋਨੋਮੀ ਦੇ ਵਿੱਚ। ਹੁਣ ਆਪਾਂ ਕੀ ਚਾਹੁੰਦੇ ਪਏ ਹਾਂ ਕਿ ਇਕੋਨੋਮੀ ਦੇ ਵਿੱਚ ਇਕੁਇਲਿਬਰੀਅਮ ਆਵੇ, ਯਾਨੀ ਕਿ ਸਟੇਬਲ ਇਕੁਇਲਿਬਰੀਅਮ ਆਵੇ, ਜਿਹਨੂੰ ਆਪਾਂ ਫੁੱਲ ਇੰਪਲੋਇਮੈਂਟ ਇਕੁਇਲਿਬਰੀਅਮ ਕਹਿੰਦੇ ਆ ਇਨਕਮ ਦਾ। ਉਹ ਕਦੋਂ ਆਊਗਾ? ਜਦੋਂ ਰੀਅਲ ਇਨਕਮ ਵੱਧ ਗਈ। ਰੀਅਲ ਇਨਕਮ ਵਧਣ ਦਾ ਮਤਲਬ ਡਿਮਾਂਡ ਵੱਧ ਗਈ। ਹੁਣ ਰੀਅਲ ਇਨਕਮ ਤੇ ਆਊਟਪੁੱਟ ਤੇ ਵਧਾਤੀ ਤੁਸੀਂ, ਪਰ ਜੇ ਡਿਮਾਂਡ ਵਧੀ ਆ, ਡਿਮਾਂਡ ਨਾਲ ਸਪਲਾਈ ਲੈ ਕੇ ਆਉਣਾ ਪਏਗਾ ਨਾ। ਹੁਣ ਉਹਨੂੰ ਸਪਲਾਈ ਨੂੰ ਉੱਥੇ ਲਿਆਉਣ ਦੇ ਲਈ ਆਪਾਂ ਨੂੰ ਕੀ ਵਧਾਉਣਾ ਪਊਗਾ? ਪ੍ਰੋਡਕਟਿਵ ਕੈਪੈਸਿਟੀ। ਇਹਦਾ ਮਤਲਬ ਰੀਅਲ ਇਨਕਮ ਤੇ ਆਊਟਪੁੱਟ ਓਨੀ ਵਧਣੀ ਚਾਹੀਦੀ ਆ ਜਿੰਨੀ ਉਧਰ ਕੀ ਵਧੂਗੀ? ਪ੍ਰੋਡਕਟਿਵ ਕੈਪੈਸਿਟੀ। ਜਾਂ ਸਿੱਧਾ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਫੁੱਲ ਇੰਪਲੋਇਮੈਂਟ ਉਦੋਂ ਹੀ ਮੇਨਟੇਨ ਹੋਏਗਾ ਜਦੋਂ ਡਿਮਾਂਡ ਤੇ ਸਪਲਾਈ ਆਪਸ 'ਚ ਬਰਾਬਰ ਹੋਵੇ। ਡਿਮਾਂਡ ਕਿਹਨੂੰ ਕਹਿੰਦੇ ਪਏ ਆਪਾਂ? ਇਨਕਮ ਤੇ ਆਊਟਪੁੱਟ ਇਨਕਰੀਜ਼ ਨੂੰ। ਸਪਲਾਈ ਕਿਹਨੂੰ ਕਹਿੰਦੇ ਪਏ ਆ? ਪ੍ਰੋਡਕਟਿਵ ਕੈਪੈਸਿਟੀ ਨੂੰ ਇਨਕਰੀਜ਼ ਕਰਨ ਨੂੰ। ਪੱਲੇ ਪੈਂਦੀ ਪਈ ਗੱਲ? ਬੜੇ ਧਿਆਨ ਨਾਲ ਸੁਣਿਓ, ਬੜੀ ਡਿਟੇਲਿੰਗ ਦੇ ਵਿੱਚ ਮੈਂ ਕਰਦਾ ਪਿਆ। ਜੇ ਤੁਹਾਨੂੰ ਇਹ ਮਾਡਲ ਹਜੇ ਵੀ ਨਹੀਂ ਸਮਝ ਲੱਗਦਾ ਪਿਆ ਤੇ ਤੁਹਾਨੂੰ ਬੜੀ ਮੁਸ਼ਕਲ ਆ ਜਾਣੀ ਇਹ ਮਾਡਲ ਨੂੰ ਲਿਖਣ ਲੱਗਿਆ, ਕਿਉਂਕਿ ਇਹਨੂੰ ਲਿਖਣ ਲੱਗਿਆ ਤੁਹਾਨੂੰ ਲੈਸਨ ਪੜ੍ਹਨਾ ਪੈਣਾ। ਜੇ ਲੈਸਨ ਪੜ੍ਹਨਾ ਪਿਆ ਤੇ ਤੁਹਾਨੂੰ ਇਹਦੀਆਂ ਕੁਝ ਗੱਲਾਂ ਇਹੋ ਜਿਹੀਆਂ ਜਿਹੜੀਆਂ ਪੜ੍ਹਨ ਦੇ ਬਾਵਜੂਦ ਵੀ ਤੁਹਾਡੇ ਪੱਲੇ ਨਹੀਂ ਪੈਣੀਆਂ। ਅੱਛਾ, ਹੁਣ ਤੁਸੀਂ ਦੇਖੋ ਫੁੱਲ ਇੰਪਲੋਇਮੈਂਟ ਕਦੋਂ ਮੇਨਟੇਨ ਹੋਊਗਾ? ਜਦੋਂ ਰੀਅਲ ਇਨਕਮ ਤੇ ਆਊਟਪੁੱਟ ਵਧੂਗੀ, ਯਾਨੀ ਕਿ ਡਿਮਾਂਡ ਵਧੂਗੀ। ਨਾਲ ਕੀ ਵਧੂਗੀ? ਕਿੰਨੀ ਵਧੂਗੀ? ਜਿੰਨੀ ਪ੍ਰੋਡਕਟਿਵ ਕੈਪੈਸਿਟੀ ਵਧੂਗੀ। ਪ੍ਰੋਡਕਟਿਵ ਕੈਪੈਸਿਟੀ ਕਿਹਨੂੰ ਕਹਿੰਦੇ ਆ? ਸਪਲਾਈ ਨੂੰ। ਇਹਦਾ ਮਤਲਬ ਡਿਮਾਂਡ ਵੀ ਉਨੀ ਵਧੇ, ਸਪਲਾਈ ਵੀ ਉਨੀ ਵਧੇ। ਜਿੱਥੇ ਦੋਨੇ ਬਰਾਬਰ ਹੋ ਗਈਆਂ ਉੱਥੇ ਕੀ ਆ ਗਿਆ? ਫੁੱਲ ਇੰਪਲੋਇਮੈਂਟ ਇਕੁਇਲਿਬਰੀਅਮ। ਹੁਣ ਦੋਨਾਂ ਦੇ ਵਿੱਚੋਂ ਇੱਕ ਦੀ ਵੀ ਜੇ ਪ੍ਰੋਬਲਮ ਆ ਗਈ, ਦੋਨਾਂ ਦੇ ਵਿੱਚੋਂ ਜੇ ਇੱਕ ਦੀ ਵੀ ਪ੍ਰੋਬਲਮ ਆ ਗਈ, ਸਪੋਜ਼ ਕਰੋ ਡਿਮਾਂਡ ਵੱਧ ਗਈ, ਪ੍ਰੋਡਕਟਿਵ ਕੈਪੈਸਿਟੀ ਨਹੀਂ ਵਧੀ। ਡਿਮਾਂਡ ਵਧੂਗੀ ਤੇ ਕੀ ਹੋਊਗਾ? ਜਾਂ ਮੈਂ ਉਲਟਾ ਕਰ ਦਿੰਦਾ, ਕਿਉਂਕਿ ਇੱਥੇ ਲਿਖਿਆ ਹੀ ਆ ਐਨੀ ਡਾਈਵਰਜੈਂਸ, ਚੇਂਜ ਹੋ ਗਿਆ ਦੋਨਾਂ 'ਚ, ਸੇਮ ਤਰੀਕੇ ਨਾਲ ਨਹੀਂ ਵੱਧਦੇ ਪਏ। ਇਨਕਮ ਨਹੀਂ ਵਧੀ, ਪ੍ਰੋਡਕਟਿਵ ਕੈਪੈਸਿਟੀ ਵੱਧ ਗਈ। ਜੇ ਇਨਕਮ ਨਹੀਂ ਵਧੂਗੀ, ਪ੍ਰੋਡਕਟਿਵ ਕੈਪੈਸਿਟੀ ਵਧੂਗੀ, ਇਹਦਾ ਮਤਲਬ ਸਪਲਾਈ ਐਕਸੈਸ ਹੋ ਗਈ, ਡਿਮਾਂਡ ਘਟ ਗਈ। ਜਦੋਂ ਸਪਲਾਈ ਐਕਸੈਸ ਹੋਊਗੀ, ਡਿਮਾਂਡ ਘਟੂਗੀ, ਦੋਨੇ ਇਕੁਅਲ ਤੇ ਨਹੀਂ ਰਹਿਣਗੀਆਂ। ਡਿਮਾਂਡ ਨਾਟ ਇਕੁਅਲ ਟੂ ਸਪਲਾਈ ਹੋ ਗਿਆ, ਇੰਬੈਲੈਂਸ ਆ ਗਿਆ। ਜੇ ਇੰਬੈਲੈਂਸ ਆਏਗਾ ਤੇ ਇਕੋਨੋਮੀ ਧੜਾਮ, ਫਿਰ ਇਕੋਨੋਮੀ ਥੱਲੇ ਡਿੱਗ ਪੈਣੀ, ਕਿਉਂਕਿ ਇਕੋਨੋਮੀ ਦੇ ਵਿੱਚ ਬੈਲੈਂਸ ਨਹੀਂ ਹੈਗਾ। ਜਿਹਦਾ ਰਿਜ਼ਲਟ ਕੀ ਆਊਗਾ? ਇਨਕਮ ਹੋਰ ਘਟ ਜੂਗੀ, ਇੰਪਲੋਇਮੈਂਟ ਹੋਰ ਘਟ ਜੂਗੀ। ਸਪਲਾਈ ਵਧੀ ਆ, ਕਿਸੇ ਨੇ ਤੁਸੀਂ ਸਮੋਸੇ ਬਣਾ ਲਏ 100, ਖਾਣ ਵਾਲੇ 10, 15, 50 ਆਏ ਆ, 50 ਸਮੋਸੇ ਵੱਧ ਗਏ। ਉਹਦੇ ਤੇ ਜਿਹੜੀ ਲੇਬਰ ਲੱਗੂਗੀ ਉਹ ਘਾਟਾ ਪੈ ਗਿਆ ਦੁਕਾਨ ਵਾਲੇ ਨੂੰ।
ਉਹਦੀ ਇਨਕਮ ਘਟੂਗੀ, ਨੈਚੁਰਲੀ ਉਹ ਦੁਕਾਨ ਰਾਸ਼ਨ ਵਾਲੇ ਦਾ ਕੰਮ ਘੱਟ ਕਰੂਗਾ, ਰਾਸ਼ਨ ਵਾਲੇ ਦੀ ਇਨਕਮ ਘਟੂਗੀ, ਉਹ ਕੱਪੜੇ ਵਾਲੇ ਦਾ ਘਟਾਊਗਾ, ਕੱਪੜੇ ਵਾਲੇ ਦਾ ਘਟਾਊਗਾ, ਦਵਾਈਆਂ ਵਾਲੇ ਦਾ ਘਟੂ, ਦਵਾਈਆਂ ਵਾਲੇ ਦਾ ਅੱਗੇ 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 ਇਕੋਨਮੀ ਸਾਰੀ ਕਿੱਥੇ ਚੱਲ ਜੂਗੀ? ਡਿਪਰੈਸ਼ਨ 'ਚ। ਜਦੋਂ ਸਾਰੀ ਇਕੋਨਮੀ ਡਿਪਰੈਸ਼ਨ 'ਚ ਜਾਊਗੀ ਉਦੋਂ ਇੰਪਲੋਇਮੈਂਟ, ਸਾਰੇ ਲੋਕੀ ਜਿਹੜੇ ਵਾਧੂ ਖਰਚੇ ਆ ਘਟਾਉਣਗੇ। ਵਾਧੂ ਖਰਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ? ਟੈਂਪਰੇਰੀ ਅਨਪਲੋਇਮੈਂਟ। ਲੋਕਡਾਊਨ ਦੇ ਵਿੱਚ ਜੋ ਕੁਛ ਹੋਇਆ ਹੈ, ਜਿਹੜੀਆਂ ਨੌਕਰੀਆਂ ਗਈਆਂ ਉਹਦੀ ਵਜ੍ਹਾ, ਜਿੰਨਾ ਵੀ ਪ੍ਰਾਈਵੇਟ ਬੰਦਾ ਸੀ ਉਹ ਸਾਰਿਆਂ ਦੀਆਂ ਤਨਖਾਹਾਂ ਘਟਾਤੀਆਂ ਉਹਨਾਂ ਨੇ। ਕਿਉਂ ਘਟਾਈਆਂ? ਕਿਉਂਕਿ ਕੰਮ ਹੈ ਨਹੀਂ ਸੀ। ਕੰਮ ਨਹੀਂ ਹੈਗਾ ਸੀ, ਇਹਦਾ ਮਤਲਬ ਪ੍ਰਾਈਵੇਟ ਇੰਡੀਵਿਜੂਅਲ ਨੇ ਪਰੇ ਕਰਤਾ। ਕਲੀਅਰ ਹੋ ਗਈ? ਇਹਦਾ ਮਤਲਬ ਜੇ ਤੁਸੀਂ ਫੁੱਲ ਇੰਪਲੋਇਮੈਂਟ ਨੂੰ ਲੌਂਗ ਪੀਰੀਅਡ ਦੇ ਵਿੱਚ ਮੇਨਟੇਨ ਕਰਨਾ ਆ ਤੇ ਨੈਟ ਇਨਵੈਸਟਮੈਂਟ ਸਾਈਮਲਟੇਨੀਅਸਲੀ ਵਧਣੀ ਚਾਹੀਦੀ ਹੈ। ਨੈਟ ਇਨਵੈਸਟਮੈਂਟ ਵਧੂਗੀ ਤੇ ਇਨਕਮ ਜਨਰੇਟ ਹੋਊਗੀ ਤੇ ਪ੍ਰੋਡਕਟਿਵ ਕਪੈਸਿਟੀ ਇਨਕਰੀਜ਼ ਹੋਊਗੀ। ਇਨਕਮ ਜਨਰੇਟ ਹੋਣ ਦਾ ਮਤਲਬ ਡਿਮਾਂਡ ਵਧੂਗੀ, ਪ੍ਰੋਡਕਟਿਵ ਕਪੈਸਿਟੀ ਵਧਣ ਦਾ ਮਤਲਬ ਸਪਲਾਈ ਵਧੂਗੀ। ਕਲੀਅਰ ਆ? ਇਹਦੇ ਅੱਗੇ ਆ ਗਈਆਂ ਤੁਹਾਡੀਆਂ ਕੁਝ ਅਜ਼ੰਪਸ਼ਨਸ। ਹਾਂਜੀ, ਅਜ਼ੰਪਸ਼ਨਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਅਜ਼ੰਪਸ਼ਨ ਹੈ, a full employment level of income already exist। full employment level of income ਯਾਨੀ ਕਿ full employment level exist ਕਰਦਾ ਪਿਆ ਇਕੋਨਮੀ 'ਚ, ਪਰ ਇਹ ਜਿਹੜੀ ਕੰਡੀਸ਼ਨ ਆ ਇਹ ਰੀਅਲ ਕੰਡੀਸ਼ਨ ਨਹੀਂ ਹੈਗੀ, ਇਹ ਅਨਰੀਅਲ ਕੰਡੀਸ਼ਨ ਆ। ਇਹਨੂੰ ਕ੍ਰਿਟਿਸਿਜ਼ਮ 'ਚ ਜਾ ਕੇ ਤੇ ਤੁਸੀਂ ਕ੍ਰਿਟਿਸਾਈਜ਼ ਕਰ ਸਕਦੇ ਹੋ। ਫੁੱਲ ਇੰਪਲੋਇਮੈਂਟ ਇਕੁਇਲਿਬਰੀਅਮ ਇਕੋਨਮੀ ਦੇ ਵਿੱਚ ਸੌਖਾ ਨਹੀਂ ਮਿਲਦਾ ਹੁੰਦਾ, ਬੜੀ ਮੁਸ਼ਕਿਲ ਫੁੱਲ ਇੰਪਲੋਇਮੈਂਟ ਇਕੁਇਲਿਬਰੀਅਮ ਕਿਸੇ ਵੀ ਦੇਸ਼ ਦਾ ਨਹੀਂ ਮਿਲਦਾ। ਹਾਂਜੀ, ਸੈਕਿੰਡ, ਦੇਅਰ ਇਜ਼ ਨੋ ਗਵਰਨਮੈਂਟ ਇੰਟਰਫੀਅਰੈਂਸ ਇਨ ਦਾ ਫੰਕਸ਼ਨਿੰਗ ਆਫ ਦਾ ਇਕੋਨਮੀ। ਕਲਾਸੀਕਲ ਇਕੋਨੋਮਿਸਟ ਕਹਿੰਦੇ ਸੀ ਲੇਜ਼ੀ-ਫੇਅਰ ਪਾਲਿਸੀ। ਇਸ ਕਰਕੇ ਇੱਥੇ ਕੀ ਆ ਗਿਆ ਤੁਹਾਡੇ ਕੋਲ? ਕੋਈ ਵੀ ਗਵਰਨਮੈਂਟ ਇੰਟਰਫੀਅਰੈਂਸ ਨਹੀਂ ਹੁੰਦੀ ਜਦੋਂ ਵੀ ਇਕੋਨਮੀ ਫੰਕਸ਼ਨ ਕਰਦੀ ਹੈ। ਥਰਡ, ਮੋਡਲ ਇਜ਼ ਬੇਸਡ ਔਨ ਦਾ ਅਜ਼ੰਪਸ਼ਨ ਆਫ ਕਲੋਜ਼ਡ ਇਕੋਨਮੀ। ਇੱਕ ਸਟੇਟ ਦਾ ਦੂਜੀ ਸਟੇਟ ਦੇ ਨਾਲ ਕੋਈ ਵੀ ਟ੍ਰੇਡ ਨਹੀਂ ਹੈਗਾ, ਜਾਂ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਨਾਲ ਕੋਈ ਵੀ ਟ੍ਰੇਡ ਪੋਸੀਬਲ ਨਹੀਂ ਹੈਗਾ। ਕਲੋਜ਼ਡ ਇਕੋਨਮੀ ਦਾ ਮਤਲਬ ਜਿਹੜੀ ਇਕੋਨਮੀ ਵਿਦਆਊਟ ਟ੍ਰੇਡ, ਯਾਨੀ ਕਿ ਦੋ ਦੇਸ਼ ਜਿਹੜੇ ਆਪਸ 'ਚ ਟ੍ਰੇਡ ਨਹੀਂ ਕਰ ਸਕਦੇ, ਉਹ ਕਲੋਜ਼ਡ ਇਕੋਨਮੀ ਦੇ ਵਿੱਚ ਆ ਗਿਆ। ਨੋ ਲੈਗਸ ਇਨ ਐਡਜਸਟਮੈਂਟ ਆਫ ਵੇਰੀਏਬਲਸ। ਲੈਗ ਨਾ ਹੋਵੇ। ਲੈਗ ਦਾ ਮਤਲਬ ਹੁੰਦਾ ਟਾਈਮ। ਇੱਥੇ ਟਾਈਮ ਦਾ ਮਤਲਬ ਜਿੱਦਾਂ ਹੁਣ ਸੇਵਿੰਗ, ਇਨਵੈਸਟਮੈਂਟ, ਇਨਕਮ, ਐਕਸਪੈਂਡੀਚਰ, ਇਹ ਸਾਰੇ ਜੋ ਵੀ ਵੇਰੀਏਬਲਸ ਲਿਖੇ ਆ, ਇਹਦਾ ਮਤਲਬ ਜੇ ਤੁਸੀਂ ਸੇਵਿੰਗ ਕੀਤੀ ਆ ਉਸੇ ਗਿਵਨ ਟਾਈਮ ਦੇ ਵਿੱਚ ਤੁਸੀਂ ਇਨਵੈਸਟਮੈਂਟ ਵੀ ਕਰੋਗੇ, ਉਹਦੇ 'ਚ ਟਾਈਮ ਲੈਗ ਨਹੀਂ। ਸੇਵਿੰਗ ਕਰਕੇ ਜੇਬ 'ਚ ਪੈਸੇ ਪਾ ਲਏ ਆ ਤੇ ਆਪਾਂ 10 ਸਾਲ ਉਹਨਾਂ ਨੂੰ ਕੱਢੀਏ ਹੀ ਨਾ। ਅੱਜ ਤੁਸੀਂ ਗੱਲ ਕਰਦੇ ਪਏ 2020 ਦੇ ਵਿੱਚ ਤੁਹਾਡੀ ਸੇਵਿੰਗ ਹੈਗੀ ਆ, ਸਪੋਜ਼ ਕਰੋ ਸੇਵਿੰਗ ਹੋਈ ਆਪਣੀ 10,000। ਆਪਾਂ ਇਹ ਮੰਨ ਕੇ ਚੱਲਦੇ ਹਾਂ 2020 'ਚ ਜੇ ਸੇਵਿੰਗ 10,000 ਹੈ ਤੇ 2020 ਦੇ ਵਿੱਚ ਹੀ ਤੁਸੀਂ ਉਹ ਸੇਵਿੰਗ ਨੂੰ ਕੀ ਕਰੋਗੇ? ਇਨਵੈਸਟ ਕਰੋਗੇ। ਇਹਦਾ ਮਤਲਬ ਇਹ ਹੈ ਕਿ ਉਹਦੇ 'ਚ ਟਾਈਮ ਲੈਗ ਨਹੀਂ ਹੋਏਗਾ। ਜਦੋਂ ਵੀ ਤੁਹਾਡੇ ਕੋਲ ਪੈਸਾ ਆਏਗਾ ਨਾਲੇ ਤੁਸੀਂ ਉਹਨੂੰ ਯੂਜ਼ ਕਰ ਲਓਗੇ। ਸੇਵਿੰਗ ਤੇ ਇਨਵੈਸਟਮੈਂਟ, ਇਨਕਮ, ਐਕਸਪੈਂਡੀਚਰ, ਜਿੰਨਾ ਤੁਹਾਡੇ ਕੋਲ ਪੈਸਾ ਆਇਆ ਤੁਸੀਂ ਉਹਨੂੰ ਯੂਜ਼ ਕਰ ਲਿਆ, ਚਾਹੇ ਸਪੈਂਡ ਕਰੋ, ਚਾਹੇ ਡਿਮਾਂਡ ਕਰੋ, ਚਾਹੇ ਸੇਵ ਕਰੋ, ਚਾਹੇ ਇਨਵੈਸਟ ਕਰੋ, ਸਭ ਕੁਛ ਇਹਦੇ 'ਚ ਕੋਈ ਵੀ ਟਾਈਮ ਲੈਗ ਨਹੀਂ ਹੈਗਾ। ਨੈਕਸਟ ਹੈਗਾ ਐਵਰੀ ਪ੍ਰੋਪੈਂਸਿਟੀ ਟੂ ਸੇਵ ਇਜ਼ ਇਕੁਅਲ ਟੂ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। APS, ਐਵਰੀ ਪ੍ਰੋਪੈਂਸਿਟੀ ਟੂ ਸੇਵ ਕੀ ਹੁੰਦਾ? ਸੇਵਿੰਗ ਆਊਟ ਆਫ ਇਨਕਮ। ਤੁਹਾਡੇ ਕੋਲ 50 ਰੁਪਏ ਆ, ਤੁਸੀਂ 10 ਰੁਪਏ ਬਚਾ ਲਏ, ਇਹਦਾ ਮਤਲਬ 10 ਰੁਪਏ ਕਿੰਨਿਆਂ 'ਚੋਂ ਬਚਾਏ? 50 'ਚੋਂ। 10/50 ਕਿੰਨਾ ਆ ਗਿਆ? 1/5, ਯਾਨੀ ਕਿ 0.2। 0.2% ਕੀ ਹੈ ਤੁਹਾਡੀ ਐਵਰੀ ਪ੍ਰੋਪੈਂਸਿਟੀ ਟੂ ਸੇਵ। ਕਲੀਅਰ ਹੈ? ਉਸ ਤੋਂ ਬਾਅਦ ਹੁੰਦੀ ਹੈ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਇਹਦਾ ਮੀਨਿੰਗ ਹੁੰਦਾ ਆ ਚੇਂਜ ਇਨ ਸੇਵਿੰਗ ਆਊਟ ਆਫ ਚੇਂਜ ਇਨ ਇਨਕਮ। ਚੇਂਜ ਇਨ ਸੇਵਿੰਗ, ਚੇਂਜ ਇਨ ਸੇਵਿੰਗ ਦਾ ਮਤਲਬ ਤੁਹਾਡੀ ਇਨਕਮ ਵੱਧ ਕੇ ਹੋ ਗਈ ਆ 50 ਤੋਂ 100। ਚੇਂਜ ਇਨ ਸੇਵਿੰਗ ਕਿੰਨੀ ਆਈ ਹੈ? 100 - 50, 50। ਤੁਹਾਡੀ ਸੇਵਿੰਗ ਜਿਹੜੀ ਆ ਉਹ 10 ਰੁਪਏ ਤੋਂ ਵੱਧ ਕੇ ਹੋ ਗਈ 15 ਰੁਪਏ। ਸੇਵਿੰਗ 'ਚ ਚੇਂਜ ਕਿੰਨੀ ਆਈ? 5 ਰੁਪਏ। ਇਹਦਾ ਮਤਲਬ ਚੇਂਜ ਇਨ ਸੇਵਿੰਗ 5 ਰੁਪਏ, ਚੇਂਜ ਇਨ ਇਨਕਮ ਕਿੰਨੀ ਆਈ? 50 ਰੁਪਏ। 1/10 ਆ ਗਿਆ। ਇਹਨੂੰ ਕਵਾਂਗੇ MPS। ਇਹ ਹੈਗੀ ਹੈ ਚੇਂਜ ਇਨ ਸੇਵਿੰਗ ਆਊਟ ਆਫ, ਚੇਂਜ ਇਨ ਸੇਵਿੰਗ ਆਊਟ ਆਫ ਚੇਂਜ ਇਨ ਇਨਕਮ। ਇਹ ਦੋਨੇ ਆਪਸ 'ਚ ਕੀ ਹੁੰਦੇ? ਹਮੇਸ਼ਾ ਬਰਾਬਰ। ਲਾਸਟ, ਲਾ ਆਫ ਕੌਂਸਟੈਂਟ ਰਿਟਰਨ ਆਪਰੇਟਸ ਇਨ ਦਾ ਇਕੋਨਮੀ। ਕਿਉਂ ਕੌਂਸਟੈਂਟ ਰਿਟਰਨ ਹੁੰਦਾ? ਕਿਉਂਕਿ ਆਪਾਂ ਇਹ ਮੰਨਦੇ ਪਏ ਹਾਂ ਕੈਪੀਟਲ ਆਊਟਪੁੱਟ ਰੇਸ਼ੋ ਤੇ ਸੇਵਿੰਗ ਇਨਕਮ ਰੇਸ਼ੋ ਫਿਕਸ ਹੁੰਦੀ ਹੈ ਉਸ ਗਿਵਨ ਪੀਰੀਅਡ ਦੇ ਵਿੱਚ। ਗਿਵਨ ਪੀਰੀਅਡ ਆਫ ਟਾਈਮ ਦੇ ਵਿੱਚ ਸੇਵਿੰਗ ਇਨਕਮ ਰੇਸ਼ੋ ਤੇ ਕੈਪੀਟਲ ਆਊਟਪੁੱਟ ਰੇਸ਼ੋ ਕੀ ਹੁੰਦੀਆਂ ਆ? ਸੇਮ ਹੁੰਦੀਆਂ ਆ। ਇਹ ਆਪਾਂ ਇਹ ਮੰਨ ਕੇ ਚੱਲਦੇ ਹਾਂ। ਕਲੀਅਰ ਹੈ? ਇਹ ਹੈਗੀਆਂ ਸੀ ਅਜ਼ੰਪਸ਼ਨਸ। ਉਸ ਤੋਂ ਬਾਅਦ ਆ ਗਿਆ ਹੈਰਡ ਗਰੋਥ ਮਾਡਲ। ਆਪਾਂ ਪੜ੍ਹਨੇ ਲੱਗ ਗਿਆ, ਪਹਿਲਾਂ ਹੈਰਡ ਪੜ੍ਹਾਂਗੇ, ਫਿਰ ਆਪਾਂ ਡੋਮਰ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈਰਡ ਮਾਡਲ। ਹੈਰਡ 3 ਤਰ੍ਹਾਂ ਦੇ ਇਸ਼ੂ ਕ੍ਰੀਏਟ ਕਰਦਾ ਪਿਆ ਹੈ। ਉਹ 3 ਇਸ਼ੂ ਕਿਹੜੇ ਆ? ਸਭ ਤੋਂ ਪਹਿਲਾਂ ਧਿਆਨ ਨਾਲ ਸੁਣਿਓ, ਪੜ੍ਹਨ ਦੀ ਵੀ ਨਹੀਂ ਲੋੜ ਪੈਣੀ ਤੁਹਾਨੂੰ।
ਸਭ ਤੋਂ ਪਹਿਲਾ ਇਸ਼ੂ ਹੈਗਾ ਜਿਹੜੀ ਸਟੱਡੀ ਗਰੋਥ ਆ ਉਹਨੂੰ ਅਚੀਵ ਕਿੱਦਾਂ ਕਰਨਾ, ਨੰਬਰ 1। ਸੈਕਿੰਡ, ਉਹਨੂੰ ਮੇਨਟੇਨ ਕਿੱਦਾਂ ਕਰਨਾ, 2। ਥਰਡ, ਨੈਚੁਰਲ ਰਿਸੋਰਸਿਸ ਆ ਗਏ ਤੇ ਸਟੱਡੀ ਜਿਹੜੀ ਰੇਟ ਆ ਉਹ ਕਿੱਦਾਂ ਮੇਨਟੇਨ ਹੋਏਗੀ। ਜੇ ਨੈਚੁਰਲ ਫੈਕਟਰਸ ਆ ਗਏ ਉਹ ਕਿੱਦਾਂ ਸਟੱਡੀ ਗਰੋਥ ਨੂੰ ਕੰਟਰੋਲ ਕਰਨਗੇ ਜਾਂ ਉਹਨਾਂ ਤੇ ਸੀਲਿੰਗ ਲਾਉਣਗੇ। ਫਸਟ, ਅਚੀਵ ਕਿੱਦਾਂ ਕਰਨੀ। ਸੈਕਿੰਡ ਕੀ ਆਪਣੇ ਕੋ, ਉਹਨੂੰ ਮੇਨਟੇਨ ਕਿੱਦਾਂ ਕਰਨਾ। ਥਰਡ, ਨੈਚੁਰਲ ਫੈਕਟਰਸ ਉਹਨੂੰ ਕਿੱਦਾਂ ਲਿਮਿਟ ਲਾਉਂਦੇ। ਇਹ 3 ਚੀਜ਼ਾਂ ਇਹਦੇ ਲਈ ਹੈਗੀਆਂ। ਹੁਣ ਮੇਰੇ ਖਿਆਲ ਨਾਲ ਅੱਜ ਲਈ ਲੈਕਚਰ ਤੁਹਾਡਾ ਬਹੁਤ ਆ, ਬਾਕੀ ਤੁਹਾਨੂੰ ਮੈਂ ਕਰਾਊਂਗਾ ਕੱਲ ਇਸ ਤੋਂ ਅੱਗੇ। ਧਿਆਨ ਨਾਲ ਇਹ ਲੈਕਚਰ ਪੂਰਾ ਸੁਣ ਲਿਓ ਜਾਂ ਇਹਨੂੰ ਆਪਣੇ ਕੋਲ ਡਾਊਨਲੋਡ ਕਰ ਲਿਓ, ਤੁਹਾਡੇ ਮਤਲਬ ਦਾ ਲੈਕਚਰ ਹੈ ਸਾਰਾ। ਥੈਂਕ ਯੂ।